ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਅੱਜ ਆਪਾਂ ਅਸ਼ਟਪਦੀ 24ਵੀਂ ਤੇ ਪਦ 8ਵਾਂ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਵਿਚਾਰਨ ਜਾ ਰਹੇ ਹਾਂ। ਇਹ ਅਕਸਰ ਬੇਨਤੀ ਕਰਦੇ ਹਾਂ ਕਿ ਕੋਈ ਵੀ ਪ੍ਰਾਣੀ ਇਸ ਧਰਤੀ 'ਤੇ ਇੰਨਾ ਸਿਆਣਾ ਨਹੀਂ, ਇੰਨਾ ਅਕਲਮੰਦ ਵੀ ਨਹੀਂ ਜਿਹੜਾ ਸੱਚੇ ਪਾਤਸ਼ਾਹ ਦੀਆਂ ਰਮਜ਼ਾਂ ਨੂੰ ਸਮਝ ਸਕੇ। ਜਿੰਨੀ ਉਹ ਮਿਹਰ ਕਰਦੇ ਹਨ ਉਹਨਾਂ ਪ੍ਰਾਣੀ ਬੋਲਦਾ ਹੈ, ਜਿੰਨੀ ਉਹ ਕਿਰਪਾ ਕਰਦੇ ਹਨ ਉਹਨਾਂ ਪ੍ਰਾਣੀ ਸੁਣਦਾ ਹੈ। ਉਹਨਾਂ ਦੀ ਮਿਹਰ ਸਦਕੇ ਹੀ ਪ੍ਰਾਣੀ ਵਿਚਾਰ ਕਰ ਸਕਦਾ ਹੈ। ਆਪਣੇ ਆਪ ਵਿੱਚ ਇਨਸਾਨ ਕੁਝ ਵੀ ਨਹੀਂ। ਜਿਸ ਤਰ੍ਹਾਂ ਪ੍ਰਭੂ ਨਚਾਉਂਦਾ ਹੈ ਉਹ ਨੱਚਦਾ ਹੈ। ਇਹ ਮਿੱਟੀ ਦਾ ਪੁਤਲਾ ਪ੍ਰਭੂ ਦੇ ਹੱਥਾਂ ਦੀ ਖੇਡ ਹੈ। ਗੁਰੂ ਪਿਆਰਿਓ, ਸੁਖਮਣੀ ਸਾਹਿਬ ਸੁੱਖਾਂ ਦੀ ਮਣੀ, ਆਰਾਮ ਦਾ ਖਜ਼ਾਨਾ, ਚੈਨ ਦਾ ਸਰੋਵਰ, ਅੰਮ੍ਰਿਤ ਦਾ ਸਾਗਰ। ਧੰਨ ਧੰਨ ਗੁਰੂ ਅਰਜਨ ਦੇਵ ਜੀ ਨੇ ਮਨੁੱਖਤਾ ਦੇ ਉੱਤੇ ਬਹੁਤ ਵੱਡਾ ਅਹਿਸਾਨ ਕੀਤਾ ਹੈ ਸੁਖਮਣੀ ਸਾਹਿਬ ਦੀ ਰਚਨਾ ਕਰਕੇ। ਗੁਰੂ ਪਿਆਰਿਓ, ਇਹ ਯੁੱਗ ਇੰਟਰਨੈਟ ਦਾ ਹੈ, ਕੰਪਿਊਟਰ ਦਾ ਹੈ, ਵਿਗਿਆਨ ਦਾ ਹੈ। ਇਨਸਾਨ ਕੁਦਰਤ ਦਾ ਐਂਡ ਲੱਭਣ 'ਤੇ ਲੱਗਿਆ ਹੋਇਆ ਹੈ। ਇਨਸਾਨ ਦੀ ਤਤਪਰ ਕੋਸ਼ਿਸ਼ ਹੈ ਕਿ ਪ੍ਰਭੂ ਦਾ ਵਿਸਤਾਰ ਖੋਜਿਆ ਜਾਵੇ। ਉਹਦੇ ਲਈ ਉਹ ਚੈਨ ਨਾਲ ਨਹੀਂ ਬੈਠ ਸਕਦਾ। ਆਪਣੀਆਂ ਸਾਰੀਆਂ ਸੀਮਾਵਾਂ ਪਾਰ ਕਰ ਚੁੱਕਿਆ ਹੈ। ਇੱਕ ਤਰ੍ਹਾਂ ਇਸ ਤਰ੍ਹਾਂ ਕਿਹਾ ਜਾ ਸਕਦਾ ਹੈ ਕਿ ਉਹ ਆਪਣੇ ਰਚਣਹਾਰੇ ਦੇ ਨਾਲ ਮੁਕਾਬਲੇ ਦੇ ਵਿੱਚ ਹੈ। ਕੁਦਰਤ ਦਾ ਸ਼ਰੀਕ ਬਣ ਚੁੱਕਿਆ ਹੈ। ਬਹੁਤ ਸਾਰੀਆਂ ਬਿਮਾਰੀਆਂ ਇਸ ਤਰ੍ਹਾਂ ਦੀਆਂ ਮਨੁੱਖ ਨੂੰ ਚਿੰਬੜ ਗਈਆਂ ਹਨ ਜਿਹੜੀਆਂ ਕਦੇ ਪਹਿਲਾਂ ਹੋਂਦ ਵਿੱਚ ਨਹੀਂ ਸੀ। ਕੁਦਰਤ ਤੇ ਇਨਸਾਨ, ਇਨਸਾਨ ਤੇ ਭਗਵਾਨ ਮੁਕਾਬਲੇ ਦੇ ਵਿੱਚ ਹਨ। ਹਾਲਾਂਕਿ ਭਗਵਾਨ ਨੇ ਇਨਸਾਨ ਨੂੰ ਸਾਜਿਆ ਹੈ, ਬਣਾਇਆ ਹੈ, ਪਰ ਫਿਰ ਵੀ ਬਣਾਇਆ ਹੋਇਆ ਆਪਣੇ ਪਿਤਾ ਦਾ ਅੰਤ ਲੱਭਣ ਉੱਤੇ ਤੁਲਿਆ ਹੋਇਆ ਹੈ। ਕੌਣ ਸਮਝਾਵੇ ਇਸ ਮੂਰਖ ਪਣ ਨੂੰ ਕਿ ਇਹ ਸੰਭਵ ਹੀ ਨਹੀਂ ਹੋ ਸਕਦਾ ਕਿ ਤੂੰ ਆਪਣੇ ਪਿਤਾ ਦਾ ਅੰਤ ਜਾਣ ਲਵੇਂ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਸਮਝਾਇਆ ਹੈ ਕਿ ਤੇਰੇ ਵਿੱਚ ਜ਼ੋਰ ਨਹੀਂ ਹੈ ਪ੍ਰਾਣੀ, ਤੇਰਾ ਭਲਾ ਇਸ ਵਿੱਚ ਹੀ ਹੈ ਕਿ ਤੂੰ ਉਹਦੀ ਆਰਾਧਨਾ ਕਰੇ ਤੇ ਆਪਣੇ ਆਪ ਨੂੰ ਸਮਰਪਣ ਕਰ ਦੇਵੇਂ। ਝਗੜਾ ਮੁੱਕ ਜਾਂਦਾ ਹੈ। ਸਿਰਜਣਹਾਰ ਕਿਰਪਾਲੂ ਹੈ, ਦਿਆਲੂ ਹੈ, ਭੁੱਲਾਂ ਬਖਸ਼ ਦਿੰਦਾ ਹੈ। ਪਰ ਜਿੱਦ, ਮਨੁੱਖ ਦੀ ਜਿੱਦ ਨੇ ਮਨੁੱਖ ਨੂੰ ਵਿਨਾਸ਼ ਵੱਲ ਧਕੇਲਿਆ ਹੋਇਆ ਹੈ। ਗੁਰੂ ਪਿਆਰਿਓ, ਸੱਚੇ ਪਾਤਸ਼ਾਹ ਧੰਨ ਧੰਨ ਗੁਰੂ ਅਰਜਨ ਦੇਵ ਜੀ ਨੇ ਸੁਖਮਣੀ ਸਾਹਿਬ ਦੇ ਵਿੱਚ 24 ਅਸ਼ਟਪਦੀਆਂ ਦੀ ਰਚਨਾ ਕੀਤੀ ਹੈ। ਹਰ ਅਸ਼ਟਪਦੀ ਦੇ ਤਕਰੀਬਨ 1000 ਅੱਖਰ ਹਨ।
8 ਭਾਗ ਹਨ, ਜਾਣੀ 8 ਪਦ ਹਨ। ਸੱਚੇ ਪਾਤਸ਼ਾਹ ਨੇ ਮਨੁੱਖ ਦੇ ਸਵਾਸਾਂ ਦੀ ਕਿਰਿਆ ਦੇ ਨਾਲ ਸਮੇਂ ਨੂੰ ਜੋੜਿਆ ਹੈ। ਸਮੇਂ ਤੇ ਮਨੁੱਖ ਦੋਨਾਂ ਨੂੰ ਸਦੀਵੀ ਬਣਨ ਦੇ ਲਈ ਪ੍ਰੇਰਿਆ ਹੈ। ਸਮਾਂ ਮਨੁੱਖ ਦੇ ਲਈ ਜ਼ਰੂਰੀ ਹੈ। ਛੋਟਾ ਜੀਵਨ ਹੈ, ਪਲ ਪਲ ਜ਼ਰੂਰੀ ਹੈ। ਮਹਾਨ ਹੈ ਉਹਦਾ ਜੀਵਨ। ਉਹਨੂੰ ਕਿਸ ਤਰ੍ਹਾਂ ਚੰਗਾ ਬਣਾਇਆ ਜਾਵੇ, ਹਰ ਪਲ ਪਲ ਸਹਾਈ ਹੈ। ਇੱਕ ਪਲ 1 ਸੈਕਿੰਡ ਤੋਂ ਸ਼ੁਰੂ ਹੁੰਦਾ ਹੈ, ਫਿਰ ਮਿੰਟ ਬਣ ਜਾਂਦਾ ਹੈ, ਫਿਰ ਘੰਟਾ, ਫਿਰ 12 ਘੰਟੇ ਦਿਨ ਕਹਿਲਾਉਂਦਾ ਹੈ, ਫਿਰ ਅਗਲੇ 12 ਘੰਟੇ ਰਾਤ ਬਣ ਜਾਂਦੀ ਹੈ। ਦਿਨ ਰਾਤ 24 ਘੰਟੇ, 24,000 ਸਵਾਸ, 3 ਘੜੀਆਂ ਦਾ 1 ਪਹਿਰ, 8 ਪਦ 1 ਅਸ਼ਟਪਦੀ ਦੇ, 8 ਪਹਿਰ। ਸਾਰਾ ਕੁਝ ਦੇਖਦੇ ਹੋਏ ਸੱਚੇ ਪਾਤਸ਼ਾਹ ਨੇ ਪ੍ਰਾਣੀ ਦਾ ਜਿਉਂਦੇ ਜੀ ਮੋਕਸ਼ ਪ੍ਰਾਪਤ ਕਰਨ ਦਾ ਰਸਤਾ ਪੱਧਰ ਕੀਤਾ ਹੈ। ਪਲ ਪਲ ਭਾਵ ਸਵਾਸ ਸਵਾਸ ਆਪਣੇ ਬਣਾਉਣ ਵਾਲੇ ਦੀ ਸਿਫਤ ਸਲਾਹ ਕਰ। ਆਪਣੇ ਰਚਣਹਾਰੇ ਦਾ ਧੰਨਵਾਦ ਕਰ। ਉਹਦਾ ਗੀਤ ਗਾ। ਤੇਰਾ ਜਿਹੜਾ ਟੈਸਟ ਹੈ, ਇਮਤਿਹਾਨ ਹੈ, ਅਖੀਰ ਦਾ ਪਰਚਾ ਹੈ, ਉਹਦੇ ਵਿੱਚ ਤੂੰ ਪਾਸ ਹੋ ਜਾਵੇਗਾ। 84 ਲੱਖ ਜੂਨ ਦੇ ਸਾਈਕਲ ਦੇ ਵਿੱਚੋਂ ਤੂੰ ਨਿਕਲ ਕੇ ਆਇਆ ਹੈ। ਹੁਣ ਤੇਰੀ ਇਹ ਵੱਡੀ ਛਲਾਂਗ ਹੈ ਕਿ ਤੂੰ ਮੁੜ ਕੇ ਉਸੇ ਸਿਸਟਮ ਦੇ ਵਿੱਚ ਜਾਣਾ ਹੈ। ਲੱਖਾਂ ਕਰੋੜਾਂ ਸਾਲਾਂ ਦਾ ਸਫ਼ਰ, ਲੰਬਾ ਲੰਬੇਰਾ ਪੰਧ ਤੂੰ ਫਿਰ ਤੈਅ ਕਰਨ ਬਾਰੇ ਸੋਚ ਰਿਹਾ ਹੈ, ਜਾਂ ਆਪਣੇ ਬਣਾਉਣ ਵਾਲੇ ਅੱਗੇ ਮੱਥਾ ਟੇਕ ਕੇ ਸਰੈਂਡਰ ਕਰਨ ਬਾਰੇ ਸੋਚ ਰਿਹਾ ਹੈ। ਰਸਤਾ ਤੇਰੇ ਕੋਲ ਇੱਕ ਹੀ ਹੈ, ਆਪਣੇ ਆਪ ਨੂੰ ਮੋਕਸ਼ ਵੱਲ ਲਿਜਾਣ ਦਾ ਤੇ ਗੁਰੂ ਦੀ ਮੰਨ ਲੈਣ ਦਾ। ਤੇਰਾ ਇਹਦੇ ਵਿੱਚ ਕੋਈ ਨੁਕਸਾਨ ਨਹੀਂ ਹੈ ਪ੍ਰਾਣੀ। ਸਵਾਸ ਤੈਨੂੰ ਆਉਂਦੇ ਹਨ ਉਹਦੀ ਮਰਜ਼ੀ ਨਾਲ। ਤੇਰਾ ਸਵਾਸਾਂ ਉੱਤੇ ਕੋਈ ਕੰਟਰੋਲ ਨਹੀਂ ਹੈ। ਕਿਉਂ ਨਾ ਤੂੰ ਪ੍ਰਭੂ ਦੇ ਦਿੱਤੇ ਹੋਏ ਸਵਾਸਾਂ ਦਾ ਲਾਭ ਉਠਾਵੇਂ। ਜਿਹੜਾ ਸਵਾਸ ਤੇਰੇ ਅੰਦਰ ਜਾਂਦਾ ਹੈ, ਉਹਦੇ ਉੱਤੇ ਪ੍ਰਭੂ ਦਾ ਨਾਮ ਲਿਖ ਦੇ। ਨਾਮ ਤਾਂ ਹੁਣ ਵੀ ਲਿਖਿਆ ਹੋਇਆ ਹੈ, ਪਰ ਉਹ ਮਾਇਆ ਦਾ ਨਾਮ ਹੈ। ਤੂੰ ਤੜਫਦਾ ਹੈ ਪਲ ਪਲ। ਤੂੰ ਤ੍ਰਿਸ਼ਨਾ ਦੇ ਵਿੱਚ ਬਿਲਕਦਾ ਹੈ ਛਿਨ ਛਿਨ। ਹਾਏ ਮਾਇਆ ਕਰਦਾ ਹੈ, ਗੜਗੜਾਉਂਦਾ ਹੈ, ਵਾਸਤੇ ਪਾਉਂਦਾ ਹੈ ਪ੍ਰਭੂ ਦੇ ਕਿ ਮੈਨੂੰ ਹੋਰ ਮਾਇਆ ਦੇ ਦੇ। ਪਰ ਇਹ ਤੇਰਾ ਸਾਰੇ ਦਾ ਸਾਰਾ ਵਰਤਾਰਾ ਪ੍ਰਭੂ ਨੂੰ ਭਾਉਂਦਾ ਨਹੀਂ। ਤੂੰ ਹਾਰ ਮੰਨਣੀ ਨਹੀਂ ਚਾਹੁੰਦਾ, ਕਿਉਂਕਿ ਜਿਸ ਦਿਨ ਤੋਂ ਤੈਨੂੰ ਮਾਇਆ ਦਾ ਲਿਸ਼ਕਾਰਾ ਪਿਆ ਹੈ, ਤੇਰੀਆਂ ਅੱਖਾਂ ਝੁੰਧਿਆ ਗਈਆਂ। ਅੰਨਿਆਂ ਦੀ ਤਰ੍ਹਾਂ ਤੂੰ ਤੁਰਿਆ ਫਿਰਦਾ ਹੈ। ਤੈਨੂੰ ਹੋਰ ਕੁਝ ਨਜ਼ਰ ਹੀ ਨਹੀਂ ਆਉਂਦਾ। ਤੂੰ ਉਸ ਅੰਨੇਪਣ ਦੇ ਵਿੱਚ
ਜੋੜੀ ਜਾਂਦਾ ਹੈ, ਜੋੜੀ ਜਾਂਦਾ ਹੈ, ਹੋਰ ਮੰਗੀ ਜਾਂਦਾ ਹੈ, ਹੋਰ ਮੰਗੀ ਜਾਂਦਾ ਹੈ। ਜੇ ਤੂੰ ਪਿੱਛੇ ਮੁੜਦਾ ਹੈ, ਤੂੰ ਆਪਣੀ ਹਾਰ ਮੰਨਣੀ ਨਹੀਂ ਚਾਹੁੰਦਾ। ਜੇ ਤੂੰ ਮੰਨ ਲੈਂਦਾ ਹੈ, ਤੇਰਾ ਜੀਵਨ ਭਰ ਦਾ ਜਿਹਨੂੰ ਤੂੰ ਪ੍ਰਾਪਤੀ ਕਹਿੰਦਾ ਹੈ, ਕਿਲਾ ਢਹਿ ਜਾਂਦਾ ਹੈ। ਤੂੰ ਕਿਲਾ ਨਹੀਂ ਢਾਉਣਾ ਚਾਹੁੰਦਾ, ਚਾਹੇ ਜੋਖਮ ਦੇ ਵਿੱਚ ਪੈ ਜਾਵੇਂ। 84 ਲੱਖ ਜੂਨ ਦਾ ਗੇੜਾ ਫੇਰ ਲਾ ਆਵੇਂ, ਪਰ ਤੂੰ ਆਪਣੀ ਜਿੱਦ, ਆਪਣੀ ਹਿੱਡ ਛੱਡਣੀ ਨਹੀਂ ਚਾਹੁੰਦਾ। ਕਿੱਦਾਂ ਦਾ ਵਪਾਰੀ ਹੈ ਤੂੰ ਮਿਸਟਰ ਹਿਊਮਨ ਬੀਇੰਗ? ਕਿਹੜੀ ਸਦਾਗਰੀ ਕਰਨ ਲੱਗ ਪਿਆ ਤੂੰ? ਆਪਣਾ ਭਲਾ ਤੇ ਆਪਣਾ ਨੁਕਸਾਨ ਸਮਝਦਾ ਹੀ ਨਹੀਂ। ਗੁਰੂ ਤੈਨੂੰ ਸਮਝਾਉਂਦਾ ਹੈ, ਤੈਨੂੰ ਪ੍ਰਭੂ ਦੀ ਬਾਤ ਪਾਉਂਦਾ ਹੈ, ਤੂੰ ਹੰਗਾਰਾ ਵੀ ਨਹੀਂ ਭਰਦਾ, ਸਰੋਤਾ ਵੀ ਨਹੀਂ ਬਣਦਾ, ਤੈਨੂੰ ਸੁਣਨਾ ਆਇਆ ਹੀ ਨਹੀਂ। ਸਿਰਫ ਬੋਲਣਾ ਬੋਲਣਾ ਮੈਂ ਕਰਨਾ ਹੀ ਸਿੱਖਿਆ ਹੈ। ਮੈਂ ਤੇਰਾ ਇੰਨਾ ਪਿਆਰਾ ਬਣ ਗਿਆ, ਹੁਣ ਤੇਰਾ ਖਹਿੜਾ ਨਹੀਂ ਛੱਡਦਾ। ਇਹ ਮੈਂ ਤੈਨੂੰ ਕੱਢਣੀ ਪਵੇਗੀ। ਇਹਦੀ ਜਗ੍ਹਾ ਤੇ ਤੂੰ ਪ੍ਰਾਪਤ ਕਰਨਾ ਪਵੇਗਾ। ਗੁਰੂ ਨੇ ਤੇਰੇ ਲਈ ਬਹੁਤ ਵਧੀਆ ਰਾਹ ਚੁਣਿਆ ਹੈ। ਸੁੱਖ ਮਣੀ, ਸੁੱਖਾਂ ਦੀ ਮਣੀ ਤੈਨੂੰ ਬਖਸ਼ਿਸ਼ ਮਿਹਰ ਕੀਤੀ ਹੈ, ਰਸਨਾ ਦਿੱਤੀ ਹੈ, ਤੈਨੂੰ ਸਮਾਂ ਦਿੱਤਾ ਹੈ, ਤੈਨੂੰ ਬਾਣੀ ਦਿੱਤੀ ਹੈ। ਫਿਰ ਵੀ ਮੈਂ ਨਾ ਮਾਨੂੰ। ਕਿਹੜੀ ਮਿੱਟੀ ਦਾ ਬਣਿਆ ਹੋਇਆ ਤੂੰ ਝੱਲਾ ਹੈ? ਤੂੰ ਸੋਚਦਾ ਹੈ ਸਾਰਾ ਜਗਤ ਤੇਰਾ ਹੈ, ਪਰ ਫਿਰ ਵੀ ਤੂੰ ਕਲਮ ਕੱਲਾ ਹੈ। ਸੱਚੇ ਪਾਤਸ਼ਾਹ ਨੇ ਸੁਖਮਣੀ ਦੇ ਵਿੱਚ 3 ਪ੍ਰਮੁੱਖ ਵਿਸ਼ੇ ਚੁਣੇ ਹਨ। ਪਹਿਲਾ ਪ੍ਰਭੂ ਦੀ ਭਗਤੀ, ਪ੍ਰਭੂ ਦੀ ਸਾਧਨਾ ਤੇ ਪ੍ਰਭੂ ਦੀ ਅਰਾਧਨਾ। ਦਿਨ ਰਾਤ ਉਹਨੂੰ ਧਿਆਉਣਾ, ਉਹਦਾ ਗੀਤ ਗਾਉਣਾ। ਪ੍ਰਭੂ ਦਾ ਸੂਖਮ, ਪ੍ਰਭੂ ਦਾ ਵਿਸਤਾਰ, ਪ੍ਰਭੂ ਦਾ ਰਚਨਾ ਰਚਾਉਣ ਤੋਂ ਪਹਿਲਾਂ ਵਾਲਾ ਸਰੂਪ, ਪ੍ਰਭੂ ਦੀ ਮਹਾਪ੍ਰਸੰਨਤਾ, ਪ੍ਰਭੂ ਦੀ ਨਿਹਾਲਤਾ ਦਾ ਜ਼ਿਕਰ ਸੱਚੇ ਪਾਤਸ਼ਾਹ ਨੇ ਬਾਖੂਬੀ ਨਾਲ ਕੀਤਾ ਹੈ। ਪਰਮੇਸ਼ਰ ਹਮੇਸ਼ਾ ਹੀ ਪ੍ਰਸੰਨ ਹੈ, ਬਖਸ਼ੰਦ ਹੈ। ਉਹਦਾ ਗੀਤ ਗਾਇਆ ਹੈ ਤੇ ਗੀਤ ਗਾਉਣ ਦੇ ਲਈ ਆਪਣੇ ਪਿਆਰੇ ਸਿੱਖ ਨੂੰ ਸਮਝਾਇਆ ਹੈ। ਦੂਸਰਾ ਵਿਸ਼ਾ, ਜਦੋਂ ਪਿਆਰਾ ਸਿੱਖ ਪ੍ਰਭੂ ਦਾ ਗੀਤ ਗਾਉਣ ਲੱਗ ਪਿਆ, ਉਹਨੂੰ ਸਮਝ ਆ ਗਈ ਤੇ ਉਹਨੂੰ ਖੁਮਾਰੀ ਪ੍ਰਾਪਤ ਹੋ ਗਈ, ਤਦ ਉਹ ਇਨਸਾਨ ਤੋਂ ਜਨ ਦਾਸ ਬਣ ਗਿਆ। ਸਵਾਰਥ ਮੁੱਕ ਗਿਆ, ਡਰ ਭੱਜ ਗਿਆ, ਤ੍ਰਿਸ਼ਨਾ ਲੁਕ ਗਈ। ਸਿਰਫ ਤੇ ਸਿਰਫ ਚੈਨ, ਸ਼ਾਂਤੀ, ਮਹਾ ਇਕਾਗਰਤਾ ਆ ਗਈ। ਹੁਣ ਦਾਸ ਸੇਵਕ ਬ੍ਰਹਮ ਗਿਆਨੀ ਬਣ ਗਿਆ। ਸਾਰੇ ਦਾ ਸਾਰਾ ਗਿਆਨ ਪਲਾਂ ਦੇ ਵਿੱਚ ਉਹਦੇ ਸਰੀਰ ਦੇ ਵਿੱਚ ਪ੍ਰਵੇਸ਼ ਕਰ ਗਿਆ। ਦੁਨੀਆ ਉਹਨੂੰ ਝੱਲਾ ਕਹਿਣ ਲੱਗ ਪਈ। ਬਹਿਰੋਨਾ, ਬਹਿਰੋਨਾ ਲੋਕ ਕਹਿੰਦੇ ਸੁਣੇ ਗਏ।
ਪ੍ਰਭੂ ਦਾ ਪਿਆਰਾ ਦੁਨੀਆ ਦੀਆਂ ਨਜ਼ਰਾਂ ਵਿੱਚ ਪਾਗਲ ਬਣ ਗਿਆ। ਇਸੇ ਤਰ੍ਹਾਂ ਦਾ ਅਸੂਲ ਹੈ ਦੁਨੀਆ ਦਾ। ਸੁਕਰਾਤ ਨੂੰ ਜ਼ਹਿਰ ਪਿਲਾ ਦਿੱਤੀ ਜਾਂਦੀ ਹੈ। ਜੀਸਸ ਕ੍ਰਾਈਸਟ ਨੂੰ ਸੂਲੀ ਉੱਤੇ ਲਟਕਾ ਦਿੱਤਾ ਜਾਂਦਾ ਹੈ। ਠੰਡੇ ਪਿਆਰੇ ਮਿੱਠੇ ਪ੍ਰੀਤਮ ਧੰਨ ਧੰਨ ਗੁਰੂ ਅਰਜਨ ਦੇਵ ਜੀ ਨੂੰ ਤੱਤੀ ਤਵੀ ਉੱਤੇ ਬਿਠਾ ਦਿੱਤਾ ਜਾਂਦਾ ਹੈ। ਫਿਰ ਦੁਨੀਆ ਨੂੰ ਤਾਰਨ ਵਾਲੇ ਨਾਨਕ ਨੂੰ ਭੂਤਨਾ, ਬੇਤਾਲਾ, ਬਹੁਰਾਨਾ ਕਹਿ ਕੇ ਭੰਡਿਆ ਜਾਂਦਾ ਹੈ। ਇਹ ਦਸਤੂਰ ਹੈ ਦੁਨੀਆ ਦਾ। ਦੁਨੀਆ ਪ੍ਰਭੂ ਦੇ ਪਿਆਰਿਆਂ ਨੂੰ ਝੱਲੇ ਹੀ ਮੰਨਦੀ ਹੈ। ਦਰਅਸਲ ਦੁਨੀਆ ਨੂੰ ਸਮਝ ਹੀ ਨਹੀਂ ਆਉਂਦੀ। ਜਿਹੜੀ ਸਮਝ ਤੋਂ ਬਾਹਰ ਬਾਤ ਹੈ, ਉਹਦਾ ਖਹਿੜਾ ਛੱਡਣ ਦੇ ਲਈ ਦੁਨੀਆ ਨੂੰ ਇੱਕ ਸਰੋਤ ਮਿਲਿਆ ਹੋਇਆ ਹੈ ਕਿ ਕਹਿ ਦਿਓ ਪਾਗਲ, ਕਰੇਜ਼ੀ ਮੈਡ, ਬੇਸਮਝ, ਭੂਤਨਾ, ਬੇਤਾਲਾ, ਦੁਨੀਆ ਨੂੰ ਕਰਾਹੇ ਪਾਉਣ ਵਾਲਾ। ਇਹ ਦਸਤੂਰ ਹੈ। ਪਰ ਪ੍ਰਭੂ ਪਿਆਰੇ ਨੇ ਦੁਨੀਆ ਦੇ ਕਹੇ ਹੋਏ ਝੱਲਿਆਂ ਨੂੰ ਗਲ ਨਾਲ ਲਾਇਆ ਹੈ। ਪਿਆਰ ਕੀਤਾ ਹੈ, ਮਹਾ ਆਨੰਦ ਦਿੱਤਾ ਹੈ, ਸੁੱਖਾਂ ਦੀ ਮਣੀ ਬਖਸ਼ਿਸ਼ ਕੀਤੀ ਹੈ। ਸੱਚੇ ਪਾਤਸ਼ਾਹ ਇਸ 8ਵੇਂ ਪਦ ਦੇ ਵਿੱਚ 24ਵੀਂ ਅਸ਼ਟਪਦੀ ਸੁਖਮਣੀ ਦਾ ਲਾਭ ਦੱਸ ਰਹੇ ਹਨ। ਬਾਣੀ ਦਾ ਲਾਭ, ਇਨਸਾਨ ਨੂੰ ਤਾਰਨ ਵਾਲੀ ਬਾਣੀ ਦਾ ਲਾਭ ਸਮਝਾ ਰਹੇ ਹਨ ਕਿ ਪ੍ਰਾਣੀ ਜਿਸ ਮਨ ਬਸੇ ਸੁਨੇ ਲਾਏ ਪ੍ਰੀਤ। ਜਿਹੜਾ ਕਰਮਾਂ ਵਾਲਾ ਮਨ ਪਿਆਰ ਪਾ ਲੈਂਦਾ ਹੈ ਬਾਣੀ ਨਾਲ, ਸੁਖਮਣੀ ਨਾਲ, ਤਿਸ ਜਨ ਆਵੇ ਹਰ ਪ੍ਰਭ ਚੀਤ। ਇੱਕ ਕਦਮ ਤੁਰਦਾ ਹੈ ਤੇ 9 ਕਦਮ ਪਿਤਾ ਵਾਪਸ ਆ ਕੇ ਬਾਂਹ ਫੜਦਾ ਹੈ। ਉਸ ਪ੍ਰਾਣੀ ਨੂੰ ਪ੍ਰਭੂ ਚਿੱਤ ਆਉਣ ਲੱਗ ਜਾਂਦਾ ਹੈ। ਮਾਇਆ ਭੁੱਲਦੀ ਜਾਂਦੀ ਹੈ, ਪ੍ਰਭੂ ਚੇਤੇ ਆਉਂਦਾ ਹੈ, ਜੀਵਨ ਬਦਲ ਜਾਂਦਾ ਹੈ, ਭੈੜੀ ਸੰਗਤ ਛੁੱਟ ਜਾਂਦੀ ਹੈ, ਚੰਗੀ ਸੰਗਤ ਪ੍ਰਾਪਤ ਹੋ ਜਾਂਦੀ ਹੈ। ਜਨਮ ਮਰਨ ਤਾਂ ਕਾ ਦੁੱਖ ਨਿਵਾਰੇ, ਦੁਰਲਭ ਦੇ ਤਤਕਾਲ ਉਧਾਰੇ। ਜਨਮ ਮਰਨ ਦਾ ਜਿਹੜਾ ਪੰਗਾ ਹੈ ਉਹ ਮੁੱਕ ਜਾਂਦਾ ਹੈ। ਖੜੋਤ ਆ ਜਾਂਦੀ ਹੈ, ਅਮਰ ਹੋ ਜਾਂਦਾ ਹੈ। ਆਤਮਾ ਭਗਵਾਨ ਦਾ ਰੂਪ ਧਾਰਨ ਕਰ ਲੈਂਦੀ ਹੈ। ਸਮਾਨ ਬੰਨਣਾ ਨਹੀਂ ਪੈਂਦਾ, ਮੂਵ ਹੋਣਾ ਨਹੀਂ ਪੈਂਦਾ, ਇੱਕ ਥਾਂ ਤੋਂ ਦੂਜੀ ਥਾਂ ਟਿਕਾਣਾ ਬਦਲਣਾ ਨਹੀਂ ਪੈਂਦਾ। ਬਸ ਇੱਕ ਸਦੀਵੀ ਦਰ ਮਿਲ ਜਾਂਦਾ ਹੈ ਜਿੱਥੇ ਉਹ ਆਪ ਬਹਿੰਦਾ ਹੈ, ਦੁਨੀਆ ਨੂੰ ਸੰਭਾਲਦਾ ਹੈ, ਉਹਦਾ ਘਰ ਮਿਲ ਜਾਂਦਾ ਹੈ। ਜਨਮ ਮਰਨ ਛੁੱਟ ਜਾਂਦਾ ਹੈ। ਜਿਹੜੀ ਇਹ ਸਰੀਰ ਯੂਨੀਵਰਸ ਦੇਹ ਹੈ, ਉਹ ਮਹਾਨ ਬਣ ਜਾਂਦੀ ਹੈ ਤੇ ਉਹਦਾ ਜਿਹੜਾ ਤਤਪਰ ਹੈ, ਤ੍ਰਿਸ਼ਨਾ ਵਾਲਾ ਜੀਵਨ ਹੈ, ਉਹਦਾ ਆਧਾਰ ਹੋ ਜਾਂਦਾ ਹੈ। ਇਹ ਸਰੀਰ ਦੀ ਪ੍ਰਾਪਤੀ ਤੈਨੂੰ ਐਵੇਂ ਨਹੀਂ ਹੋਈ, ਉਹਦੀ ਕਿਰਪਾ ਨਾਲ, ਉਹਦੀ ਮਿਹਰ ਨਾਲ ਤੈਨੂੰ ਉਹਨੇ ਪਸੰਦ ਕੀਤਾ ਹੈ। ਪ੍ਰਾਣੀ ਨਿਰਮਲ ਸੋਭਾ ਅੰਮ੍ਰਿਤ ਤਾਂ ਕੀ ਬਾਣੀ, ਏਕ ਨਾਮ ਮਨ ਮਹਿ ਸਮਾਣੀ। ਬੇਦਾਗ ਹੈ ਉਸਦੀ ਸ਼ੋਹਰਤ, ਉਸਦੀ ਪ੍ਰਸੰਨਤਾ,
ਅਤੇ ਮਿੱਠੀ ਹੈ ਉਸ ਦੀ ਬੋਲੀ। ਸ਼ਾਂਤ ਹੈ, ਬੇਦਾਗ ਹੈ, ਕੇਵਲ ਨਾਮ ਹੀ ਉਸ ਦੇ ਅੰਦਰੋਂ ਆਤਮਾ ਦੇ ਵਿੱਚ ਬੈਠ ਜਾਂਦਾ ਹੈ, ਸਮੋਇਆ ਜਾਂਦਾ ਹੈ। ਸਭ ਗਮ ਨਿਕਲ ਜਾਂਦੇ ਹਨ। ਸ਼ਾਂਤੀ, ਸਬਰ, ਸੰਤੋਖ, ਬੇਡਰ, ਕੋਈ ਦੁਸ਼ਮਣ ਨਹੀਂ ਰਹਿੰਦਾ। ਸਾਰਾ ਸੰਸਾਰ ਆਪਣਿਆਂ ਦਾ ਬਣ ਜਾਂਦਾ ਹੈ। ਆਪਣਿਆਂ ਤੋਂ ਭੈ ਕਾਹਦਾ? ਦੁੱਖ ਰੋਗ ਬਿਨਸੈ ਭੈ ਭਰਮ, ਸਾਧ ਨਾਮ ਨਿਰਮਲ ਤਾਂ ਕੇ ਕਰਮ। ਗਮ, ਬਿਮਾਰੀ, ਡਰ ਸਾਰੇ ਨੱਠ ਜਾਂਦੇ ਹਨ। ਨਾਮ ਤੋਂ ਡਰਦੇ। ਜਿਸ ਤਰ੍ਹਾਂ ਹਨੇਰ ਦੇ ਵਿੱਚ ਜਿੱਥੇ ਕੋਈ ਰੋਸ਼ਨੀ ਨਹੀਂ, ਚੂਹੇ, ਚਮਗਿੱਦੜ, ਮੱਕੜੀਆਂ ਆਪਣੇ ਘਰ ਆਦਿ ਬਣਾ ਲੈਂਦੇ ਹਨ। ਉਸ ਹਨੇਰੇ ਦਾ ਫਾਇਦਾ ਉਠਾਉਣ ਲਈ ਸੱਪ ਵੀ ਆ ਕੇ ਉਹਨਾਂ ਵਿੱਚ ਬੈਠ ਜਾਂਦੇ ਹਨ। ਹਨੇਰਾ ਹੈ, ਉਹਨਾਂ ਦਾ ਸਵਰਗ ਹੈ। ਪਰ ਜੇ ਰੱਤੀ ਪਰ ਰੌਸ਼ਨੀ ਆ ਜਾਵੇ ਤਾਂ ਦੌੜਨੇ ਸ਼ੁਰੂ ਹੋ ਜਾਂਦੇ ਹਨ। ਇਸੇ ਤਰ੍ਹਾਂ ਨਾਮ ਤੋਂ ਬਿਨਾਂ ਹਨੇਰੇ ਸਰੀਰ ਦੇ ਵਿੱਚ ਆਤਮਾ ਕੱਲੀ ਬੈਠੀ, ਉੱਥੇ ਤ੍ਰਿਸ਼ਨਾ, ਦੁੱਖ, ਰੋਗ, ਭਰਮ ਸਾਰੇ ਦੇ ਸਾਰੇ ਜਮ੍ਹਾਂ ਹੋ ਜਾਂਦੇ ਹਨ। ਜਦੋਂ ਪ੍ਰਭੂ ਮਿਹਰ ਕਰਦਾ ਹੈ, ਅਪਣਾ ਲੈਂਦਾ ਹੈ, ਸਾਧ ਸੰਗਤ ਮਿਲ ਜਾਂਦੀ ਹੈ, ਸਾਧੂ ਨਾਮ ਰੱਖਿਆ ਜਾਂਦਾ ਹੈ, ਤਾਂ ਕਰਮ ਬਦਲ ਜਾਂਦੇ ਹਨ। ਉਹਦੇ ਕਰਮ ਪਵਿੱਤਰ ਹੋ ਜਾਂਦੇ ਹਨ। ਬੇਕਰਮਾਂ ਤੋਂ ਭਾਗਾਂ ਵਾਲਾ ਬਣ ਜਾਂਦਾ ਹੈ। ਗੁਰੂ ਦੀ ਕਿਰਪਾ ਦੇ ਨਾਲ ਛੱਜੂ ਵਰਗਾ ਗੂੰਗਾ ਬੋਲਾ ਬ੍ਰਹਮ ਗਿਆਨੀ ਦਾ ਰੂਪ ਧਾਰਨ ਕਰ ਲੈਂਦਾ ਹੈ। ਦੁੱਖ ਰੋਗ ਬਿਨਸੈ ਭੈ ਭਰਮ, ਸਾਧ ਨਾਮ ਨਿਰਮਲ ਤਾਂ ਕੇ ਕਰਮ। ਇਹ ਸਾਰੀਆਂ ਦੀਆਂ ਸਾਰੀਆਂ ਮੁਸੀਬਤਾਂ ਟਲ ਜਾਂਦੀਆਂ ਹਨ। ਸਭ ਤੇ ਊਚ ਤਾਂ ਕੀ ਸੋਭਾ ਬਣੀ। ਸਾਰਾ ਸੰਸਾਰ ਜੈ ਜੈਕਾਰ ਕਰਨ ਲੱਗ ਜਾਂਦਾ ਹੈ। ਸਮਝ ਆ ਜਾਂਦੀ ਹੈ ਕਿ ਇਹ ਪ੍ਰਭੂ ਦਾ ਪਿਆਰਾ ਹੈ। ਸਤਿਕਾਰ ਹੋ ਜਾਂਦਾ ਹੈ। ਸਭ ਤੇ ਊਚ ਤਾਂ ਕੀ ਸੋਭਾ ਬਣੀ, ਨਾਨਕ ਇਹ ਗੁਣ ਨਾਮ ਸੁਖ ਮਨੀ। ਜਿਹੜੀ ਬਾਣੀ ਮਹਾਰਾਜ ਸੱਚੇ ਪਾਤਸ਼ਾਹ ਨੇ ਬਖਸ਼ੀ ਹੈ, ਜਦ ਉਹ ਮਨ ਦੇ ਵਿੱਚ ਵਸ ਜਾਂਦੀ ਹੈ ਤਾਂ ਇੱਜ਼ਤ ਪਿੱਛੇ ਭੱਜੀ ਆਉਂਦੀ ਹੈ। ਇਹ ਸੁੱਖਾਂ ਦੀ ਮਣੀ ਹੈ, ਨੇਕੀਆਂ ਦਾ ਖਜ਼ਾਨਾ ਹੈ, ਅੰਮ੍ਰਿਤ ਦਾ ਸਾਗਰ ਹੈ। ਇਹ ਮਹਾ ਆਨੰਦ ਦੇਣ ਵਾਲੀ ਸੁਖਮਣੀ ਹੈ। ਨਾਨਕ ਇਹ ਅਮੁੱਲ ਖਜ਼ਾਨਾ ਹੈ। ਗੁਣਾਂ ਦਾ ਅੰਤ ਨਹੀਂ ਹੈ। ਨਾਮ ਹੀ ਸੁੱਖਾਂ ਦੀ ਮਣੀ ਹੈ। ਗੁਰੂ ਪਿਆਰਿਓ, ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਆਪਾਂ ਇੱਕ ਵਾਰ ਇਸੇ ਪਦ ਨੂੰ ਅੰਗਰੇਜ਼ੀ ਦੇ ਵਿੱਚ ਵਿਚਾਰ ਲਈਏ। ਜਿਸ ਮਨ ਬਸੇ ਸੁਨੇ ਲਾਏ ਪ੍ਰੀਤ, he within whose mind
the Sukhmani avoids, and who listen to it with love, that mortal remembers the Lord Master. जन्म मरण ताका दुख नवारे, his pangs of birth and death are destroyed. Durlabh de tatkal adhare, his body, his life, so difficult to obtain, is forthwith exonerated. निर्मल शोभा अमृत ताकी बानी, spotless is the repute, and sweet is his speech. एक नाम मन मह समानी, the name alone is contained in his mind. Sorrow, sickness, dread and doubt depart from him. Sadh naam nirmal taake karma, he goes by the name of a saint. Sadhu, and his acts are pure. Sab te ooch taaki sobha bani, the highest of all becomes his glory. Nanak e gun naam sukh mani. Because of these virtues, O Nanak, this is called the hymen of peace. Guru Pyareo, सच्चे पातशाह ने मेहर अपार कीती है कि प्राणी तेरा इस धरती ते आउण दा मिशन की है, तू की प्राप्त करन आया है, तेरा निशाना की है, तेरी मंजिल की है। तेरी मंजिल पैसा कमाउणा है, ढेरियां लाउणा है, ते फिर दुनिया दे विच अपने आप नूं कामयाब महा सक्सैसफुल कहाउणा है। गुरु इहदे नाल सहमत नहीं है। बाणी तेरे इस इरादे नूं ठीक नहीं मंनदी। एक पासे तां तू गुरु नूं मनदा है, मत्था टेकदा है, सत्कार करदा है, और दूजिਆਂ ਨੂੰ ਦੱਸਦਾ भी है कि मैं आस्तिक हाँ, मेरी आस गुरु तक है। दूजे पासे गुरु की गल मनदा भी नहीं है। तू कह जा नीतक है, कादी तेरी यह चाल सियासी है जां स्वार्थ है। गुरु नूं लोकां सामने मनदा है, गल उहदी मनदा नहीं। दस्सण दा मारिया तू आस्तिक है। गुरु तैनूं समझाउंदा है ते तू पिठ कर लैंदा है। तेरी प्राप्ति तेरी शोभा झूठी है। गुरु तैनूं प्यार दे नाल मेहर दे नाल तारना चाहुंदा है, तू सुनदा ही नहीं। गुरु अगे तू समर्पण कर देवें, गुरु दे नाल झगड़ा बंद कर देवें, कुदरत दे नाल शरीकेबाजी खत्म कर देवें, अपने आप नूं सौंप देवें, उन्हां प्यारियां दी संगत दे नाल, साधुआं दी संगत दे नाल गुरु दे दरवाजे उत्ते ढह जावें, फिर तैनूं प्रीत लग जावेगी जिहड़ी अज तक तैं देखी नहीं।
ਝੂਠਾ ਸਵਾਦ ਹੀ ਮਿੱਠਾ ਕਹੀ ਜਾਂਦਾ ਹੈ। ਜਿਹੜੀ ਕੌੜੀ ਚੀਜ਼ ਆ ਉਹਨੂੰ ਸ਼ਹਿਦ ਬਣਾਇਆ ਹੋਇਆ। ਇਸੇ ਕਰਕੇ ਭਟਕਦਾ ਫਿਰਦਾ ਹੈ। ਜਦ ਤੈਨੂੰ ਪ੍ਰੀਤ ਲੱਗ ਗਈ ਫਿਰ ਆਪਣੇ ਆਪ ਤੈਨੂੰ ਰਚਣਹਾਰਾ ਚੇਤੇ ਆਵੇਗਾ। ਜਿਹੜੀ ਮੌਤ ਤੋਂ ਤੂੰ ਡਰਦਾ ਹੈ, ਜਮਾਂ ਤੋਂ ਭੈ ਮੰਨਦਾ ਹੈ, ਉਹ ਡਰ ਚੁੱਕਿਆ ਜਾਵੇਗਾ। ਤੇਰਾ ਸਰੀਰ ਪਰਮਾਤਮਾ ਦੀ ਦੇਣ ਹੈ, ਬਹੁਤ ਵਡਮੁੱਲਾ ਹੈ। ਇਹਦੇ ਜ਼ਰੀਏ ਹੀ ਤੂੰ ਭਗਵਾਨ ਨੂੰ ਪਾ ਸਕਦਾ ਹੈ। ਦੇਵਤਾ ਲੋਕ ਇਸ ਸਰੀਰ ਨੂੰ ਪ੍ਰਾਪਤ ਕਰਨ ਦੇ ਲਈ ਬੇਨਤੀਆਂ ਕਰਦੇ ਹਨ, ਜੋਦੜੀਆਂ ਕਰਦੇ ਹਨ ਕਿ ਸੱਚੇ ਪਾਤਸ਼ਾਹ ਮਾਨੁਖ ਦੇ ਕਿਰਪਾ ਕਰਕੇ ਸਾਨੂੰ ਦੇ ਦੇ। ਅਸੀਂ ਤੇਰਾ ਨਾਮ ਜਪ ਕੇ ਇਸ ਦੇਵਤਾ ਜੂਨੀ ਤੋਂ ਛੁਟਕਾਰਾ ਪ੍ਰਾਪਤ ਕਰ ਲਈਏ, ਤੇਰੇ ਵਿੱਚ ਸਮੋ ਜਾਈਏ, ਹਮੇਸ਼ਾ ਦੇ ਲਈ ਤੇਰੇ ਚਰਨਾਂ ਦੀ ਧੂੜ ਬਣ ਜਾਈਏ। ਤੂੰ ਜਿਹੜੀ ਸੋਭਾ ਨੂੰ ਚੁੱਕੀ ਫਿਰਦਾ ਹੈ ਪੁਰਾਣੀ, ਉਹ ਨਕਲੀ ਹੈ। ਦੁਨੀਆ ਤਾਂ ਬੱਲੇ ਬੱਲੇ ਸਵਾਰਥ ਨੂੰ ਕਰਦੀ ਹੈ। ਲੋੜਾਂ ਦੇ ਲਈ ਤੇਰੇ ਚੰਗੇ ਹੋਣ ਦੀ ਤਾੜੀ ਵਜਾਉਂਦੀ ਹੈ। ਇਹ ਝੂਠੀ ਹੈ ਹੱਲਾ ਸ਼ੇਰੀ। ਅਸਲੀ ਸੋਭਾ ਉਸ ਵਾਹਿਗੁਰੂ ਦੀ ਬਾਣੀ ਸੁਣ ਕੇ ਹੀ ਮਿਲਦੀ ਹੈ। ਮਿੱਠੀ ਪਿਆਰੀ ਬੋਲੀ ਵਾਲੀ ਤੇਰੀ ਆਤਮਾ ਦੇ ਵਿੱਚ ਵਸ ਜਾਵੇਗੀ। ਫਿਰ ਤੇਰੇ ਜਿਹੜੇ ਦੁੱਖ ਦਰਦ ਨੇ ਉਹ ਨਿਕਲ ਜਾਣਗੇ। ਜਿਨ੍ਹਾਂ ਨੂੰ ਤੂੰ ਸੁੱਖ ਕਹਿੰਦਾ ਹੈ, ਜਿਨ੍ਹਾਂ ਨੂੰ ਤੂੰ ਆਰਾਮ ਦੱਸਦਾ ਹੈ, ਉਹ ਦਰਅਸਲ ਦੁੱਖਾਂ ਦਾ ਹੀ ਰੂਪ ਹਨ। ਤੇਰੇ ਦੁਨਿਆਵੀ ਸੁੱਖ ਦੇ ਪਿੱਛੇ ਇੱਕ ਵੱਡਾ ਦੁੱਖ ਖੜਾ ਹੈ। ਦੁੱਖ ਸੁੱਖ ਦੇ ਚੱਕਰ 'ਚ ਪਿਆ ਹੋਇਆ ਹੈ। ਜੇ ਤੂੰ ਨਾਮ ਨਿਸ਼ਾਨ ਮਿਟਾਉਣਾ ਚਾਹੁੰਦਾ ਹੈ, ਦੁੱਖਾਂ ਦਾ, ਦਲਿੱਦਰਾਂ ਦਾ, ਗਮਾਂ ਦਾ, ਭੈ ਦਾ, ਭਰਮ ਦਾ, ਤਾਂ ਆਪਣਾ ਮਨ ਬਣਾ ਲੈ। ਆਪਣੇ ਮਨ ਨੂੰ ਸਮਝਾ ਲੈ ਕਿ ਮੈਂ ਇੱਕ ਉੱਤੇ ਯਕੀਨ ਕਰਦਾ ਹਾਂ, ਮੈਂ ਉਸ ਨਿਰੰਕਾਰ ਨੂੰ ਮੰਨਦਾ ਹਾਂ। ਮੇਰਾ ਜੀਵਨ ਪ੍ਰਭੂ ਅੱਗੇ ਸਮਰਪਣ ਹੈ। ਫਿਰ ਤੇਰੇ ਭਲਿਆ ਕਰਮ ਬਦਲ ਜਾਣਗੇ। ਤੇਰੀ ਜੈ ਜੈਕਾਰ, ਤੇਰੀ ਸੋਭਾ ਲੋਕ ਦੇ ਤਾਂ ਵਿੱਚ ਹੋਣੀ ਹੀ ਹੈ, ਪਰ ਲੋਕ ਦੇ ਵਿੱਚ ਵੀ ਹੋਵੇਗੀ। ਚਾਰੇ ਪਾਸੇ ਤੈਨੂੰ ਗਰੀਬੀ ਪ੍ਰਾਪਤ ਹੋ ਜਾਵੇਗੀ। ਉਹੀ ਗਰੀਬੀ ਜਿਹੜੀ ਨਾਨਕ ਨੇ ਦੁਨੀਆ ਨੂੰ ਵੰਡੀ ਹੈ। ਨਿਮਰਤਾ, ਸਬਰ, ਸੰਤੋਖ, ਸੱਚ ਜਿਹੜਾ ਤੇਰੇ ਪਿਤਾ ਨਾਨਕ ਨੇ ਵੰਡਿਆ ਹੈ, ਉਹ ਤੈਨੂੰ ਪ੍ਰਾਪਤ ਹੋ ਜਾਵੇਗਾ। ਹੁਣ ਤੱਕ ਵਾਂਝਾ ਹੈ, ਤੈਨੂੰ ਹੱਥ ਖਿਲਾਰਦੇ ਨਹੀਂ ਆਏ। ਗੂੰਗਾ ਬਣਿਆ ਬੈਠਾ ਹੈ, ਬੇਸਮਝ, ਆਪਣਿਆਂ ਤੋਂ ਹੀ ਡਰੀ ਜਾਂਦਾ ਹੈ। ਇਹ ਮਹਾਨ ਉਪਦੇਸ਼ ਹੈ ਗੁਰੂ ਦਾ, ਸੱਚੇ ਪਾਤਸ਼ਾਹ ਦਾ। ਗੁਰੂ ਦੀ ਸਿੱਖਿਆ ਮੰਨ ਕੇ ਕਿੰਨੇ ਤਰੇ ਹਨ।
ਦੇਖ ਲੈ ਖੋਲ ਕੇ ਇਤਿਹਾਸ ਨੂੰ, ਗੁਰੂ ਨੇ ਕਿੰਨੇ ਤਾਰੇ ਹਨ, ਗਿਣੇ ਵੀ ਨਹੀਂ ਜਾ ਸਕਦੇ। ਕਦੇ ਨਾ ਕਦੇ ਆਕਾਸ਼ਾਂ ਦੇ ਤਾਰੇ ਵਿਗਿਆਨੀਆਂ ਨੇ ਗਿਣ ਲੈਣੇ ਹਨ। ਜਿਹੜੇ ਬ੍ਰਹਿਮੰਡ, ਪ੍ਰਿਥਵੀਆਂ, ਸੂਰਜ, ਚੰਦਰਮਾ ਭਟਕਦੇ ਫਿਰਦੇ ਹਨ, ਸਾਰਿਆਂ ਦੀ ਹਾਜ਼ਰੀ ਵਿਗਿਆਨ ਲਗਾ ਸਕਦਾ ਹੈ। ਪਰ ਜਿਹੜੇ ਗੁਰੂ ਨਾਨਕ ਨੇ ਤਾਰੇ ਹਨ, ਉਹਨਾਂ ਦੀ ਗਿਣਤੀ ਕਦੇ ਨਹੀਂ ਹੋ ਸਕਦੀ। ਤੂੰ ਇੱਕ ਗੁਰੂ ਨਾਨਕ ਦਾ ਤਰਿਆ ਹੋਇਆ ਬਣ ਜਾ। ਆਵਾਜ਼ਾਂ ਮਾਰ ਰਿਹਾ ਤੈਨੂੰ ਤੇਰਾ ਗੁਰੂ ਕਿ ਆ ਜਾ, ਮੈਂ ਤੈਨੂੰ ਪਿਆਰ ਦੇਣਾ ਚਾਹੁੰਦਾ ਹਾਂ, ਤੈਨੂੰ ਗਲਵੱਖੜੀ ਦੇ ਵਿੱਚ ਲੈਣਾ ਚਾਹੁੰਦਾ ਹਾਂ। ਡਰ ਨਾ, ਮੈਂ ਤੈਨੂੰ ਕੁਝ ਦੇਣਾ ਚਾਹੁੰਦਾ ਹਾਂ। ਤੂੰ ਲੈਣ ਵਾਲਾ ਕਿਉਂ ਡਰਦਾ ਹੈ? ਇੱਕੋ ਹੀ ਤੈਨੂੰ ਮੰਤਰ ਸਮਝਾਉਣਾ ਹੈ, ਜਿਹੜਾ ਤੇਰੇ ਲਈ ਸਦਾ ਸਦਾ ਮੋਕਸ਼ ਤੈਨੂੰ ਤਾਰ ਦੇਵੇਗਾ। ਉਹ ਇੱਕੋ ਇੱਕ ਹੈ, ਸੁੱਖ ਪ੍ਰਾਪਤ ਕਰਨ ਦਾ ਖਜ਼ਾਨਾ, ਸੁਖਮਣੀ, ਸੁਖਮਣੀ ਸਾਹਿਬ। ਗੁਰੂ ਪਿਆਰਿਓ, ਅੱਜ ਇੰਨਾ ਹੀ। ਸੱਚੇ ਪਾਤਸ਼ਾਹ ਨੇ ਕਿਰਪਾ ਅਪਾਰ ਕੀਤੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।